ਕਹਿੰਦੇ ਇੱਕ ਬੜੇ ਪਿਆਰੇ ਸੰਤ ਸੀ, ਫਕੀਰ ਸੀ। ਜਦੋਂ ਹਾਲੇ ਨੌਜਵਾਨੀ ਦੀ ਅਵਸਥਾ ਹੈ ਉਹਨਾਂ ਦੀ, ਪਰ ਉਹਨਾਂ ਨੂੰ ਫਕੀਰਾਂ ਦੀ ਸੋਬਤ ਕਰਕੇ ਮੌਲਾਨਾ ਬਰੇਲੀ ਰਹਿਮਤੁल्लाह ਅਲੈਹ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ, ਬਰੇਲੀ 'ਚ ਰਹਿਣ ਵਾਲੇ ਸੀ, ਕਿ ਜਦੋਂ ਹਾਲੇ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਸੀ, ਇੱਕ ਦਿਨ ਘਰ 'ਚ ਬੈਠੇ ਕਿ ਕੋਈ ਮੰਗਣ ਵਾਲਾ ਆ ਗਿਆ, ਕੋਈ ਸਾਧੂ ਆ ਗਿਆ, ਜਿਹੜਾ ਆਪਣੇ ਆਪ ਨੂੰ ਫਕੀਰ ਕਹਿੰਦਾ ਸੀ, ਸਾਧੂ ਕਹਿੰਦਾ ਸੀ। ਕਹਿੰਦੇ ਉਹਨਾਂ ਦਰਵਾਜ਼ਾ ਖੜਕਾਇਆ, ਇਹ ਗਏ, ਦਰਵਾਜ਼ਾ ਖੋਲ੍ਹਿਆ ਤਾਂ ਉਹਨੇ ਕਿਹਾ ਮੈਨੂੰ 10 ਰੁਪਏ ਦੀ ਲੋੜ ਹੈ, 10 ਰੁਪਏ ਦੇ, ਨਹੀਂ ਤਾਂ ਮੈਂ ਤੇਰੇ ਘਰ ਨੂੰ ਉਲਟ ਦੂੰ, ਨਹੀਂ ਤਾਂ ਤੇਰਾ ਘਰ ਉਲਟਾ ਕਰ ਦੂੰ। ਜਦੋਂ ਇੰਨੀ ਗੱਲ ਕਹੀ ਤਾਂ ਉਸ ਵੇਲੇ ਇਹ ਫਕੀਰ, ਜੋ ਕਿ ਹਾਲੇ ਉਸ ਵੇਲੇ ਨੌਜਵਾਨ ਹੀ ਸੀ, ਹਾਲੇ ਜਿੱਦਾਂ ਕਹਿ ਲਓ ਕਿ ਉਹ ਮਾਰਗ ਤੇ ਨਹੀਂ, ਹਾਲੇ ਫਕੀਰਾਂ ਦੀ ਉਹ ਮੰਜ਼ਿਲ ਤੇ ਨਹੀਂ ਪਹੁੰਚੇ ਸੀ, ਹਾਲੇ ਮਿਹਨਤ ਕਰ ਰਹੇ ਸੀ। ਉਸ ਵੇਲੇ ਇਹਨਾਂ ਨੇ ਕਿਹਾ, ਉਹ ਕਹਿੰਦੇ ਠੀਕ ਹੈ ਭਾਈ, ਤੂੰ ਪੈਸੇ ਲੈਣੇ ਤਾਂ ਉੱਦਾਂ ਲੈ ਲਾ, 10 ਰੁਪਏ ਮੈਂ ਦੇਣ ਨੂੰ ਤਿਆਰ ਆ, ਪਰ ਆਹ ਜਿਹੜੀ ਤੂੰ ਗੱਲ ਕਹਿ ਰਿਹਾ ਨਾ ਤੇਰਾ ਘਰ ਉਲਟ ਦਊਂ, ਇਹ ਗੱਲ ਗਲਤ ਹੈ। ਜੇ ਤੂੰ ਡਰਾ ਕੇ ਲੈਣੇ ਆ ਤਾਂ ਮੈਂ ਇੱਕ ਪੈਸਾ ਨਹੀਂ ਦੇਣਾ ਤੈਨੂੰ, ਉੱਦਾਂ ਮੰਗ ਪਿਆਰ ਨਾਲ, ਪਿਆਰ ਨਾਲ ਤਾਂ ਜਾਨ ਵੀ ਹਾਜ਼ਰ ਹੈ, ਪਰ ਡਰਾਉਂਦਾ ਆ ਕਿ ਨਾ ਦਿੱਤੇ ਤਾਂ ਤੇਰਾ ਘਰ ਪਲਟ ਦੂੰ। ਤਾਂ ਉਸ ਵੇਲੇ ਉਹ ਸਾਧੂ ਨੇ ਕਿਹਾ, ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ, ਮੈਂ ਬੜਾ ਜੱਪੀ ਹਾਂ, ਬੜਾ ਤਪੀ ਹਾਂ, ਮੈਂ ਬੜੀਆਂ ਸਿੱਧੀਆਂ ਦਾ ਮਾਲਕ ਹਾਂ, ਇਸ ਲਈ ਮੇਰੇ ਨਾਲ ਗੱਲ ਪਿਆਰ ਨਾ ਕਰ। ਉਸ ਲਈ ਇਹਨਾਂ ਨੇ ਕਿਹਾ, ਮੌਲਾਨਾ ਜੀ ਨੇ ਕਿਹਾ, ਕਹਿੰਦੇ ਭਾਈ ਸ਼ੁਰੂਆਤ ਤਾਂ ਤੂੰ ਹੀ ਕੀਤੀ, ਮੈਂ ਤਾਂ ਪਿਆਰ ਨਾਲ ਹੀ ਸੀ, ਪਰ ਤੂੰ ਹੀ ਸ਼ੁਰੂਆਤ ਕੀਤੀ ਕਿ ਮੈਨੂੰ 10 ਰੁਪਏ ਦੇ, ਨਹੀਂ ਤਾਂ ਘਰ ਪਲਟ ਦਊਂ ਜੇ ਨਾ ਦਿੱਤੇ ਤਾਂ। ਵੀ ਸਿੱਧਾ ਮੰਗ ਲੈਂਦਾ ਕਿ 10 ਰੁਪਏ ਚਾਹੀਦੇ ਹੈ, ਘਰ ਪਲਟਣ ਦਾ ਮਤਲਬ ਕਿੱਥੋਂ ਆ ਗਿਆ? ਕਿ ਜਿਹੜੇ ਵਾਕਈ ਰੱਬ ਦੇ ਪਿਆਰੇ ਸੰਤ ਫਕੀਰ ਹੁੰਦੇ ਐ, ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ, ਉਹ ਕਿਸੇ ਨੂੰ ਧਮਕੀ ਨਹੀਂ ਦਿੰਦੇ ਕਿ ਤੇਰਾ ਆਹ ਬੁਰਾ ਕਰ ਦੇਵਾਂਗੇ। ਇਸ ਲਈ ਮੈਂ ਇसी ਗੱਲ ਤੋਂ ਤੇਰੇ ਨਾਲ ਬਹਿਸ ਕਰ ਰਿਹਾ ਕਿ ਤੂੰ ਇਹ ਗੱਲ ਗਲਤ ਕਰ ਰਿਹਾ ਹੈ, ਔਰ ਤੂੰ ਅੱਗੇ ਉਹ ਕਹਿ ਰਿਹਾ ਮੈਂ ਸਿੱਧੀਆਂ ਦਾ ਮਾਲਕ ਹਾਂ। ਅੱਛਾ ਸਿੱਧੀਆਂ ਦਾ ਮਾਲਕ? ਤਾਂ ਉਸ ਵੇਲੇ ਉਹਨਾਂ ਨੇ ਕਹਿੰਦੇ ਨਾ ਆਪਣੀ ਜੁੱਤੀ ਰੱਖੀ ਅੱਗੇ, ਪੈਰੋਂ ਖੋਲ ਕੇ ਆਪਣੀ ਜੁੱਤੀ ਅੱਗੇ ਰੱਖੀ, ਕਹਿੰਦੇ ਲੈ ਤੂੰ ਘਰ ਪਲਟਣਾ ਛੱਡ, 10 ਰੁਪਏ ਮੰਗਦਾ, ਮੈਂ ਤੈਨੂੰ 50 ਦਊਂ, ਹਿੰਮਤ ਹੈ ਤਾਂ ਮੇਰੀ ਜੁੱਤੀ ਨੂੰ ਪਲਟ ਕੇ ਦਿਖਾ ਦੇ ਤੂੰ, ਘਰ ਦੀ ਤਾਂ ਗੱਲ ਹੀ ਛੱਡ, ਮੈਂ ਤੈਨੂੰ 10 ਦੀ ਜਗ੍ਹਾ 50 ਦੇਣ ਨੂੰ ਤਿਆਰ ਹਾਂ, ਪਰ ਦਿਖਾ ਮੈਨੂੰ ਜੁੱਤੀ ਪਲਟ ਕੇ ਦਿਖਾ ਦੇ, ਆਪਣੀ ਜੁੱਤੀ ਖੋਲੀ ਦਿਖਾ ਦੇ। ਤਾਂ ਉਸ ਵੇਲੇ ਪਿੱਛੇ ਉਹਨਾਂ ਦੀ ਮਾਂ ਵੀ ਸੀ, ਮਾਂ ਕਹਿੰਦੀ ਬੇਟਾ ਫਕੀਰਾਂ ਜਾਂ ਸਾਧੂਆਂ ਦੇ ਮੂੰਹ ਨਹੀਂ ਲੱਗੀਦਾ, ਇਹ ਬੜੀ ਸ਼ਕਤੀ ਦੇ ਮਾਲਿਕ ਹੁੰਦੇ। ਤਾਂ ਉਹਨਾਂ ਕਿਹਾ ਮਾਂ ਇੱਥੇ ਗੱਲ ਸ਼ਕਤੀ ਦੀ ਨਹੀਂ ਹੈ, ਕਿਉਂਕਿ ਮੇਰੇ ਸਿਰ ਤੇ ਜਿਸ ਮੁਰਸ਼ਦ ਦਾ ਹੱਥ ਹੈ ਨਾ, ਉਹ ਮੇਰਾ ਘਰ ਕੀ, ਉਹਦੇ ਜਿੰਨੀ ਤਾਕਤ ਹੈ ਕਿ ਇਹਦੀ ਪੂਰੀ ਤਾਕਤ ਮੇਰੀ ਜੁੱਤੀ ਤੱਕ ਨਹੀਂ ਹਿਲਾ ਸਕਦੀ, ਕਿਉਂਕਿ ਮੇਰੇ ਮੁਰਸ਼ਦ ਦਾ ਹੱਥ ਮੇਰੇ ਸਿਰ ਤੇ ਹੈ। ਇਹ ਮੈਂ ਜੋ ਬੋਲ ਰਿਹਾ ਹਾਂ ਆਪਣੇ ਮਾਣ ਨਾਲ ਨਹੀਂ, ਆਪਣੇ ਮੁਰਸ਼ਦ ਦੇ ਦਮ ਨਾਲ ਬੋਲ ਰਿਹਾ ਕਿ ਮੈਨੂੰ ਪਤਾ ਮੇਰੇ ਪਿੱਛੇ ਕੌਣ ਹੈ। ਕਹਿੰਦੇ ਉਹਨਾਂ ਬੜੇ ਯੰਤਰ ਮੰਤਰ ਮਾਰੇ ਪਰ ਜੁੱਤੀ ਹਿੱਲੀ ਤੱਕ ਨਹੀਂ। ਇਹਨਾਂ ਨੇ ਪੈਰੀ ਜੁੱਤੀ ਪਾਈ, ਜੇਬ ਚੋਂ 10 ਰੁਪਏ ਕੱਢੇ, ਕਹਿੰਦੇ ਲੈ, ਮੇਰੇ ਮੁਰਸ਼ਦ ਨੇ ਕਿਹਾ ਦਰਾ ਇਹਨੂੰ ਕੋਈ ਖਾਲੀ ਨਹੀਂ ਮੋੜਨਾ, ਇਸ ਲਈ ਤੈਨੂੰ 10 ਦੇ ਰਿਹਾ, ਪਰ ਅੱਗੇ ਤੋਂ ਕਦੀ ਕਿਸੇ ਨੂੰ ਧਮਕੀ ਨਹੀਂ ਦੇਣੀ ਕਿ ਘਰ ਪਲਟ ਦੂੰ। ਇਹ ਤਾਂ ਜਿਹੜਾ ਮੁਰਸ਼ਦ ਮੇਰੀ ਜੁੱਤੀ ਦੀ ਰੱਖਿਆ ਕਰ ਸਕਦਾ ਨਾ, ਉਹਨਾਂ ਮੇਰਾ ਘਰ ਤਾਂ ਕੀ ਪਲਟਣ ਦੇਣਾ, ਜਿਹੜੀਆਂ ਤੇਰੀਆਂ ਰਿੱਧੀਆਂ ਸਿੱਧੀਆਂ ਇਹਨੂੰ ਵੀ ਖੋਣ ਦੀ ਤਾਕਤ ਉਹ ਰੱਖਦਾ ਹੈ। ਕਿਉਂਕਿ ਕਿਸੇ ਅੰਦਰ ਹੰਕਾਰ ਹੋਵੇ ਤਾਂ ਉਹ ਪਰਮਾਤਮਾ ਉਹ ਹੰਕਾਰ ਨੂੰ ਤੋੜਦਾ ਵੀ ਜਾਣਦਾ ਹੈ। ਇਸ ਲਈ ਤੁਹਾਨੂੰ ਵੀ ਇੱਕ ਗੱਲ, ਇਹ ਤੁਹਾਨੂੰ ਵਾਕਿਆ ਕਿਉਂ ਦੱਸਿਆ ਸੀ, ਇਹ ਇਸ ਲਈ ਕਿ ਤੁਹਾਡੇ ਘਰ 'ਚ ਵੀ ਕਈ ਵਾਰ ਕੋਈ ਆ ਜਾਵੇ ਨਾ ਮੰਗਣ ਵਾਲਾ ਕਿ ਲੈ ਵੀ ਆ 10 ਰੁਪਏ ਦੇ, 20 ਰੁਪਏ ਦੇ, ਨਾ ਦਿੱਤੇ ਤਾਂ ਤੈਨੂੰ ਇਦਾਂ ਕਰ ਦੇਵਾਂ, ਗੁੱਤਾ, ਤੁਸੀਂ ਵੀ ਕਹਿ ਸਕਦੇ ਹੋ ਭਾਈ ਕਰ। ਜੇ ਕਹੋ ਤੁਹਾਡਾ ਘਰ, ਲੈ ਮੇਰੀ ਜੁੱਤੀ ਨੂੰ ਤਬਾਹ ਕਰਕੇ ਦਿਖਾ ਦੇ, ਪਹਿਲਾਂ ਲੈ ਮੇਰੀ ਆਹ ਚੀਜ਼ ਦੀ ਤਬਾਹ ਕਰਕੇ ਦਿਖਾ ਦੇ, ਮੈਨੂੰ ਪਤਾ ਮੇਰੇ ਸਿਰ ਤੇ ਮੇਰੇ ਮਾਲਿਕ ਦਾ ਹੱਥ ਹੈ। ਉਹ ਤੇਰੇ ਵਰਗੇ ਹਜ਼ਾਰਾਂ ਵੀ ਬੁਰਾ ਕਰਨ ਵਾਲੇ ਇਕੱਠੇ ਹੋ ਜਾਣ ਤਾਂ ਮੇਰਾ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਮੇਰਾ ਮਾਲਿਕ ਮੇਰੇ, ਇਹ ਵਿਸ਼ਵਾਸ। ਤਾਂ ਜੇ ਬੰਦਾ ਹੀ ਉਹ ਧਮਕੀਆਂ ਤੋਂ ਡਰ ਜਾਵੇ, ਧਮਕੀਆਂ ਤੋਂ ਡਰ ਜਾਵੇ, ਤਾਂ ਇਹਦਾ ਮਤਲਬ ਬੰਦੇ ਦਾ ਵਿਸ਼ਵਾਸ ਬੜਾ ਕੱਚਾ ਹੈ, ਇਹਨੂੰ ਆਪਣੇ ਰੱਬ ਤੇ ਜਾਂ ਆਪਣੇ ਮਾਲਿਕ ਤੇ ਯਕੀਨ ਹੈ ਹੀ ਨਹੀਂ। ਸੋ ਅਸੀਂ ਕਵਾਂਗੇ ਡਰ ਕੇ ਨਹੀਂ ਕੁਛ ਕਰਨਾ। ਬੋਲੋ ਸਮਝਦੇ ਹੋ ਕਿ ਨਹੀਂ? ਕੋਈ ਡਰਾ ਕੇ ਕੁਛ ਕਰਾਵੇ ਕੁਝ ਮਜ਼ਾ ਨਹੀਂ ਆਉਂਦਾ। ਜੇ ਤਾਂ ਪਿਆਰ ਨਾਲ ਤਾਂ ਕੋਈ ਜਾਨ ਵੀ ਮੰਗੇ ਤਾਂ ਕਹਿੰਦੇ ਦੇ ਦੇਵਾਂਗੇ, ਠੀਕ ਹੈ, ਪਰ ਡਰਾ ਕੇ ਤੈਨੂੰ ਬਰਬਾਦ ਕਰ ਦੇਵਾਂਗੇ, ਜੇ ਸਾਡੇ ਕੋਲ ਨਾ ਆਇਆ ਤੈਨੂੰ ਇਦਾਂ ਕਰ ਦੇਵਾਂਗੇ, ਤਾਂ ਸਮਝ ਲਓ ਇਹਨਾਂ ਨੂੰ ਸੰਤ ਜਾਂ ਫਕੀਰ ਨਾ ਸਮਝੋ, ਸਾਧੂ ਨਾ ਸਮਝੋ ਇਹਨਾਂ ਨੂੰ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਦੂਜੇ ਨੂੰ ਡਰਾਉਣ ਵਾਲਾ ਭਗਵਾਨ ਨਹੀਂ, ਉਹ ਸ਼ੈਤਾਨ ਹੁੰਦਾ ਹੈ। ਭਗਵਾਨ ਤਾਂ ਉਹ ਹੁੰਦਾ ਜਿਹੜਾ ਸਾਡੇ ਜੀਵਨ 'ਚ ਖੁਸ਼ੀਆਂ ਭਰ ਦੇਵੇ, ਜਿਹੜਾ ਸਾਡੇ ਜੀਵਨ 'ਚ ਆਨੰਦ ਭਰ ਦੇਵੇ, ਜਿਹੜਾ ਸਾਡੇ ਜੀਵਨ 'ਚ ਸ਼ਾਂਤੀ ਲਿਆਵੇ। ਭਗਵਾਨ ਤਾਂ ਉਹ ਹੈ, ਕਿਉਂਕਿ ਉਹ ਆਪ ਪਰਮਾਨੰਦ ਰੂਪ ਹੈ, ਸਾਨੂੰ ਵੀ
ਉਹ ਆਨੰਦ ਰੂਪ ਹੀ ਬਣਾਉਣਾ ਚਾਹੁੰਦਾ ਹੈ। ਇਸ ਲਈ ਤੁਹਾਨੂੰ ਕਹੀਦਾ ਕਿ ਹਮੇਸ਼ਾ ਮੁਸਕਰਾਹਟ ਰੱਖੋ ਆਪਣੇ ਚਿਹਰੇ ਤੇ, ਕਿਉਂਕਿ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਹਾਡੇ ਅੰਦਰ ਬੈਠਾ ਉਹ ਤੁਹਾਡਾ ਮਾਲਿਕ ਮੁਸਕਰਾਉਂਦਾ ਹੈ। ਕਿਉਂਕਿ ਤੁਸੀਂ ਆਪ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਮੇਰਾ ਬੱਚਾ ਹਰ ਵੇਲੇ ਰੋਈ ਜਾਵੇ ਉਦੋਂ ਮੈਨੂੰ ਚੰਗਾ ਲੱਗੇਗਾ, ਜਾਂ ਮੇਰਾ ਬੱਚਾ ਹੱਸੇ ਮੁਸਕਰਾਵੇ ਉਦੋਂ ਮੈਨੂੰ ਚੰਗਾ ਲੱਗੇਗਾ। ਤੁਹਾਨੂੰ ਖੁਸ਼ੀ ਕਦੋਂ ਹੋਏਗੀ? ਆਪਣੇ ਬੱਚੇ ਨੂੰ ਰੋਂਦਾ ਦੇਖ ਕੇ ਜਾਂ ਆਪਣੇ ਬੱਚੇ ਨੂੰ ਹੱਸਦਾ ਦੇਖ ਕੇ? ਕਦੋਂ ਖੁਸ਼ੀ ਹੋਏਗੀ ਤੁਹਾਨੂੰ? ਹੱਸਦਾ ਦੇਖ ਕੇ ਹੋਏਗੀ ਨਾ। ਤਾਂ ਹੁਣ ਤੁਸੀਂ ਕਿਹਦੇ ਬੱਚੇ ਹੋ? ਜਰਾ ਸੋਚੋ। ਜੇ ਤੁਹਾਨੂੰ ਇੰਨੀ ਸਮਝ ਹੈ ਕਿ ਆਪਣੇ ਬੱਚੇ ਨੂੰ ਹੱਸਦਾ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ, ਤਾਂ ਕੀ ਅਸੀਂ ਆਪਣੇ ਮਾਲਿਕ ਨੂੰ ਖੁਸ਼ੀ ਨਹੀਂ ਦੇ ਸਕਦੇ ਮੁਸਕਰਾ ਕੇ ਕਿ ਲਓ ਮਾਲਿਕੋ, ਇਹ ਮੇਰੇ ਪ੍ਰਭੂ, ਇਹ ਪਰਮਾਤਮਾ ਹੈ, ਵਾਹਿਗੁਰੂ, ਦੇਖ ਤੇਰੇ ਵਿਸ਼ਵਾਸ ਦੇ ਸਿਰ ਤੇ ਮੈਂ ਹੱਸ ਰਿਹਾ, ਲੈ ਤੂੰ ਵੀ ਖੁਸ਼ ਹੋ ਲੈ ਮੇਰੀ ਖੁਸ਼ੀ ਦੇਖ ਕੇ। ਔਰ ਵਾਕਿਆ ਉਹ ਖੁਸ਼ ਹੁੰਦਾ ਹੈ ਜਦੋਂ ਤੁਸੀਂ ਮੁਸਕਰਾਉਂਦੇ ਹੋ, ਕਿਉਂਕਿ ਉਹੀ ਤਾਂ ਪਿਤਾ ਹੈ ਸਾਡਾ ਸਭ ਦਾ। ਸਮਝਦੇ ਹੋ ਕਿ ਨਹੀਂ? ਇਸ ਲਈ ਜਦੋਂ ਅਸੀਂ ਮੁਸਕਰਾਉਂਦੇ ਹਾਂ ਤੇ ਮੁਸਕਰਾਹਟ ਖੁਸ਼ੀ ਦੇ ਨਾਲ ਨਾਲ ਉਹ ਮਾਲਿਕ ਦੇ ਪ੍ਰਤੀ, ਉਹ ਪਰਮਾਤਮਾ ਦੇ ਪ੍ਰਤੀ ਸਾਡਾ ਵਿਸ਼ਵਾਸ ਵੀ ਦਰਸਾਉਂਦੀ ਹੈ। ਸਾਡੀ ਮੁਸਕਰਾਹਟ ਕਿ ਸਾਨੂੰ ਕੋਈ ਟੈਨਸ਼ਨ, ਕੋਈ ਚਿੰਤਾ ਨਹੀਂ ਹੈ, ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਪਿਤਾ ਸਾਡੇ ਸਿਰ ਤੇ ਹੈ, ਸਾਡੇ ਨਾਲ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕਈ ਵਾਰ ਤੁਸੀਂ ਦੇਖਦੇ ਨਾ ਬੱਚੇ ਪਾਰਕਾਂ ਚਲੇ ਜਾਂਦੇ ਆ ਤਾਂ ਕਿੱਦਾਂ ਹੱਸਦੇ ਆ, ਝੂਲੇ ਦੇਖਦੇ ਆ, ਨੱਚਦੇ ਆ, ਪਰ ਜੇ ਮਾਤਾ ਪਿਤਾ ਕਿਤੇ ਗੁੰਮ ਹੋ ਜਾਣ ਜਾਂ ਬੱਚਾ ਕਿਤੇ ਗੁੰਮ ਹੋ ਜਾਵੇ ਤਾਂ ਰੋਣਾ ਸ਼ੁਰੂ ਕਰ ਦਿੰਦੇ ਆ। ਕਿਉਂਕਿ ਖੁਸ਼ੀ ਕਦੋਂ ਹੁੰਦੀ ਹੈ ਬੱਚੇ ਨੂੰ? ਜਦੋਂ ਉਹਨੂੰ ਪਤਾ ਮੇਰਾ ਪਿਤਾ ਮੇਰੇ ਨਾਲ ਹੈ। ਜਿੱਦਾਂ ਇਹ ਸਵਾਮੀ ਵਿਵੇਕਾਨੰਦ ਜੀ ਦੀ ਇੱਕ ਗੱਲ ਬੜੀ ਪਿਆਰੀ, ਜੋ ਸਾਨੂੰ ਬੜੀ ਪਿਆਰੀ ਲੱਗਦੀ ਹੈ, ਇੱਕ ਵਾਰ ਜ਼ਿਕਰ ਕੀਤਾ ਸੀ ਇੱਥੇ ਫਿਰ ਕਰਨਾ ਚਾਹਾਂਗੇ ਕਿ ਸਵਾਮੀ ਵਿਵੇਕਾਨੰਦ ਜੀ ਆਪਣੇ ਜੀਵਨ ਦੀ ਘਟਨਾ ਦੱਸਦੇ ਕਿ ਜਦੋਂ ਮੈਂ ਨਾ ਛੋਟਾ ਸੀ, 8-9 ਸਾਲ ਦਾ, ਤਾਂ ਮੇਰੇ ਪਿਤਾ ਮੈਨੂੰ ਨਾ ਬੜੀ ਹਿੰਮਤ ਦੇਣ ਦੀ ਗੱਲ ਕਰਦੇ ਸੀ। ਯਾਨੀ ਉਹ ਕਦੀ ਮੈਨੂੰ ਡਰਾਉਂਦੇ ਨਹੀਂ ਸੀ। ਜਿੱਦਾਂ ਅੱਜ ਕੱਲ੍ਹ ਦੇ ਮਾਤਾ ਪਿਤਾ ਕੀ ਹੁੰਦੇ, ਬੱਚੇ ਦੇ ਅੰਦਰ ਡਰ ਭਰਦੇ ਰਹਿੰਦੇ ਆ, ਉਹ ਆਹ ਨਾ ਕਰੀ ਉੱਥੇ ਇਦਾਂ ਹੋ ਜਾਏਗਾ, ਉਹ ਨਾ ਕਰੀ ਤੈਨੂੰ ਇਦਾਂ ਹੋ ਜਾਏਗਾ, ਡਰਾਉਂਦੇ ਰਹਿੰਦੇ ਨਾ ਕਈ ਵਾਰ। ਉਹ ਅੰਦਰ ਭੂਤ ਹੈ, ਦੇਖ ਲੈ, ਚੁੱਪ ਕਰਕੇ ਸੌ ਜਾ, ਨਹੀਂ ਤਾਂ ਭੂਤ ਨੇ ਫੜ ਲੈਣਾ। ਉਹ ਦੇਖ ਲੈ ਬਾਹਰ ਬਾਬਾ ਆ ਗਿਆ, ਸਾਧੂ ਆ ਗਿਆ, ਚੱਕ ਕੇ ਲੈਣਾ ਤੈਨੂੰ। ਔਰ ਸਾਨੂੰ ਬੜੀ ਹੈਰਾਨੀ ਹੁੰਦੀ ਕਿ ਇਦਾਂ ਦਾ ਡਰ ਅਸੀਂ ਬੱਚੇ ਅੰਦਰ ਕਿਉਂ ਭਰਦੇ ਹਾਂ? ਕਿਉਂਕਿ ਅਸੀਂ ਤਾਂ ਮਜ਼ਾਕ ਕਰਦੇ ਹਾਂ, ਸਾਨੂੰ ਪਤਾ ਸੱਚਾਈ ਨਹੀਂ ਹੈ, ਪਰ ਬੱਚਾ ਉਹ ਮਜ਼ਾਕ ਨੂੰ ਵੀ ਸੱਚ ਸਮਝ ਲੈਂਦਾ ਹੈ ਕਿ ਬਾਹਰ ਕੋਈ ਭੂਤ ਹੈ, ਬਾਹਰ ਕੋਈ ਐਸਾ ਹੈ ਜਿਹੜਾ ਮੈਨੂੰ ਚੱਕ ਲਏਗਾ, ਮੈਨੂੰ ਫੜ ਲਏਗਾ। ਔਰ ਇਹੀ ਡਰ ਜਦੋਂ ਬੱਚੇ ਦੇ ਅੰਦਰ ਬੈਠ ਜਾਂਦਾ ਤਾਂ ਅੱਗੇ ਬੱਚਾ ਹਮੇਸ਼ਾ ਡਰ ਡਰ ਕੇ ਜ਼ਿੰਦਗੀ ਜੀਂਦਾ ਹੈ। ਕੀ ਤੁਸੀਂ ਆਪਣੇ ਬੱਚੇ ਨੂੰ ਡਰਪੋਕ ਬਣਾਉਣਾ ਚਾਹੁੰਦੇ ਹੋ? ਬਲਕਿ ਇਦਾਂ ਕਹੋ ਕਿ ਜੇ ਬੱਚਾ ਕਿਸੇ ਚੀਜ਼ ਤੋਂ ਡਰਦਾ ਵੀ ਹੈ ਨਾ, ਉਹਨੂੰ ਹਿੰਮਤ ਦਿਓ, ਹੱਲਾ ਸ਼ੇਰੀ ਦਿਓ, ਚੱਲ ਬੇਟਾ ਚੱਲ ਮੈਂ ਚੱਲਦਾ ਤੇਰੇ ਨਾਲ। ਹਨੇਰੇ 'ਚ ਡਰ ਲੱਗਦਾ, ਚੱਲ ਮੈਂ ਤੇਰੇ ਨਾਲ ਚੱਲਦਾ ਹਾਂ। ਲਾਈਟ ਬੰਦ ਕਰਕੇ ਹਨੇਰੇ 'ਚ ਉਹਨੂੰ ਨਾਲ ਲੈ ਕੇ ਖੜੇ ਹੋ ਕਿ ਦੇਖ ਬੇਟਾ ਮੈਂ ਤੇਰੇ ਨਾਲ ਖੜਾ, ਦੱਸ ਕੀ ਹੈ, ਕਿੱਥੇ ਹੈ, ਇੱਥੇ ਕਿੱਥੇ ਭੂਤ, ਕਿੱਥੇ ਹੈ? ਬੱਚੇ ਨੂੰ ਹਿੰਮਤ ਮਿਲਦੀ ਹੈ। ਤਾਂ ਜੇ ਅਸੀਂ ਖੁਦ ਹੀ ਬੱਚੇ ਨੂੰ ਡਰਾਈ ਜਾਵਾਂਗੇ, ਉਹ ਕਾਹਦੇ ਡਰਾਉਂਦੇ ਆ ਕਿ ਡਰ ਕੇ ਇਹ ਸੌ ਜਾਵੇ ਤਾਂ ਸਾਨੂੰ ਥੋੜੀ ਰੈਸਟ ਮਿਲੇ, ਆਰਾਮ ਮਿਲੇ। ਔਰ ਤੁਸੀਂ ਆਪਣੇ 10 ਮਿੰਟ ਦੇ ਆਰਾਮ ਵਾਸਤੇ ਬੱਚੇ ਦੀ ਸਾਰੀ ਜ਼ਿੰਦਗੀ ਡਰ ਨਾਲ ਭਰ ਦਿੰਦੇ ਹੋ। ਇਸ ਲਈ ਇੰਨਾ ਕੁ ਥੋੜਾ ਖਿਆਲ ਰੱਖਿਆ ਕਰੋ ਕਿ ਕਦੀ ਵੀ ਉਹ ਗੱਲ ਨਾ ਕਰੋ ਆਪਣੀ ਔਲਾਦ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਫੈਮਿਲੀ ਮੈਂਬਰਾਂ ਨਾਲ, ਆਪਣੇ ਯਾਰਾਂ ਦੋਸਤਾਂ ਨਾਲ, ਕਦੀ ਵੀ ਉਹ ਗੱਲ ਨਾ ਕਰੋ ਜਿਹਦੇ ਨਾਲ ਉਹਨਾਂ ਅੰਦਰ ਡਰ ਪੈਦਾ ਹੋਵੇ, ਉਹਨਾਂ ਅੰਦਰ ਚਿੰਤਾ ਪੈਦਾ ਹੋਵੇ। ਬਲਕਿ ਉਹਨਾਂ ਨੂੰ ਹਿੰਮਤ ਦੇਣ ਵਾਲੀ ਗੱਲ ਕਰਨੀ, ਹੌਸਲਾ ਦੇਣ ਵਾਲੀ ਗੱਲ ਕਰਨੀ। ਬੋਲੋ ਕਰੋਗੇ ਕਿ ਨਹੀਂ? ਹੁਣ ਦੇਖੋ ਸਵਾਮੀ ਵਿਵੇਕਾਨੰਦ ਜੀ, ਉਹ ਕਹਿੰਦੇ ਕਿ ਬਚਪਨ 'ਚ ਹੀ ਮੇਰੇ ਮਾਤਾ ਪਿਤਾ ਮੈਨੂੰ ਬੜੀ ਹਿੰਮਤ ਦਿੰਦੇ ਸੀ, ਮੈਨੂੰ ਬੜਾ ਹੌਸਲਾ ਦਿੰਦੇ ਸੀ। ਇੱਕ ਦਿਨ ਤਾਂ ਉਹ ਦੱਸਦੇ ਆ ਕਿ ਮੇਰੇ ਪਿਤਾ ਨੇ, ਜਦੋਂ ਮੇਰੀ ਉਮਰ 8-9 ਸਾਲ ਦੀ ਸੀ, ਤਾਂ ਮੇਰੇ ਪਿਤਾ ਨੇ ਮੈਨੂੰ ਕਿਹਾ, ਟੋਕਰੀ ਦਿੱਤੀ, ਛੋਟੀ ਜਿਹੀ ਬਾਸਕਟ ਹੁੰਦੀ ਹੈ ਜਿਹ 'ਚ ਫੁੱਲ ਚੁਣੇ ਜਾਂਦੇ ਆ। ਪਿਤਾ ਨੇ ਟੋਕਰੀ ਦਿੱਤੀ ਕਿ ਜਾ ਬੇਟਾ ਨਰਿੰਦਰ, ਅੱਜ ਜਾ ਕੇ ਜੰਗਲ 'ਚੋਂ ਫੁੱਲ ਤੂੰ ਤੋੜ ਕੇ ਲਿਆਣੇ ਭਗਵਾਨ ਦੀ ਪੂਜਾ ਕਰਨ ਵਾਸਤੇ। ਘਰ ਦੇ ਵਿੱਚ ਭਗਵਾਨ ਦੀ ਮੂਰਤੀ ਰੱਖੀ ਹੁੰਦੀ ਸੀ, ਇੱਥੇ ਪੂਜਾ ਕਰਦੇ ਹੁੰਦੇ ਸੀ। ਕਹਿੰਦੇ ਵਿਵੇਕਾਨੰਦ ਜੀ ਨੇ ਜਦੋਂ ਟੋਕਰੀ ਫੜੀ ਨੰਨੇ ਹੱਥਾਂ ਨਾਲ, ਕਿਉਂਕਿ 8-9 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ ਪਤਾ ਹੀ ਹੈ ਤੁਹਾਨੂੰ ਕਿ ਕਿੰਨਾ ਕੁ ਬੱਚਾ ਹੁੰਦਾ ਹੈ। ਔਰ ਬਾਪ ਨੇ ਕਿਹਾ ਕਿ ਬੇਟਾ ਅੱਜ ਫੁੱਲ ਤੂੰ ਲੈ ਕੇ ਆਣੇ ਆ। ਔਰ ਇਸ਼ਾਰਾ ਕਰਤਾ, ਉਹ ਸਾਹਮਣੇ ਦੇਖ ਲੈ, ਉਹ ਜੰਗਲ 'ਚ ਨਾ ਉਹ ਸਾਹਮਣੇ ਫੁੱਲਾਂ ਦਾ ਪੌਦਾ ਹੈ ਜਿੱਥੋਂ ਫੁੱਲ ਤੋੜ ਕੇ ਲਿਆਣੇ। ਯਾਨੀ ਇਸ਼ਾਰਾ ਕੀਤਾ ਤਾਂ ਵਿਵੇਕਾਨੰਦ ਤੁਰ ਪਏ। 9-10 ਸਾਲ ਦਾ ਬੱਚਾ, 8-9 ਸਾਲ ਦਾ ਬੱਚਾ ਤੁਰ ਪਿਆ, ਛੋਟੀ ਉਮਰ, ਪਰ ਮਨ 'ਚ ਡਰੇ ਕਿ ਹੈ ਕਿਤੇ ਰਸਤੇ ਕੁੱਤਾ ਨਾ ਹੋਵੇ, ਜੰਗਲ 'ਚ ਜਾਣਾ ਕਿਤੇ ਰਸਤੇ 'ਚ ਕੁਛ ਇੱਦਾਂ ਨਾ ਹੋਵੇ, ਕਿਉਂਕਿ ਬੱਚਿਆਂ ਦਾ ਡਰ ਹੁੰਦਾ ਹੈ। ਉਹ ਦੱਸਦੇ ਆ ਘਟਨਾ ਆਪਣੇ ਜੀਵਨ ਦੀ ਕਿ ਮੈਂ ਡਰ ਕੇ ਜਾ ਰਿਹਾ ਸੀ। ਟੋਕਰੀ ਮੇਰੇ ਹੱਥ ਜ਼ਰੂਰ ਸੀ, ਮੈਂ ਮਾਤਾ ਪਿਤਾ ਨੂੰ ਨਾ ਨਹੀਂ ਕਰ ਸਕਦਾ ਸੀ,
ਇਸ ਲਈ ਟੋਕਰੀ ਪਕੜ ਕੇ ਮੈਂ ਜਾ ਰਿਹਾ ਸੀ, ਪਰ ਮੇਰੇ ਮਨ 'ਚ ਡਰ ਸੀ। ਡਰ ਸੀ ਜੰਗਲ, ਡਰ ਸੀ ਚਾਰੋਂ ਪਾਸੇ ਝਾੜ ਬੂਝੇ ਹੈ। ਜਾਨੀ ਤੁਸੀਂ ਅੱਜ ਕੱਲ ਤਾਂ ਇੰਨਾ, ਜਿੱਦਾਂ ਆਪਾਂ ਕਹਿ ਲਈ ਕੋਈ ਜੰਗਲ ਇੰਨਾ ਹੈ ਨਹੀਂ, ਜਾਂ ਪਹਿਲੇ ਸਮੇਂ 'ਚ ਤਾਂ ਪਗਡੰਡੀਆਂ ਹੀ ਹੁੰਦੀਆਂ ਸੀ, ਚਾਰੋਂ ਪਾਸੇ ਮਲੇ, ਚਾਰੋਂ ਪਾਸੇ ਝਾੜ ਬੂਝੇ, ਕਿ ਇੰਨਾ ਹੁੰਦਾ ਸੀਗਾ ਕਿ ਪਤਾ ਨਹੀਂ ਕਿੱਥੋਂ ਕਿਹੜੇ ਜਾਨਵਰ ਨੇ ਆ ਜਾਣਾ, ਪਤਾ ਨਹੀਂ ਕਿੱਥੋਂ ਸੱਪ ਨਿਕਲ ਆਣਾ, ਪਤਾ ਨਹੀਂ ਕਿੱਥੋਂ ਕੀ ਆ ਜਾਣਾ। ਉਹ ਵਿਵੇਕਾਨੰਦ ਦੱਸਦੇ ਮੈਂ ਡਰ ਡਰ ਕੇ ਤੁਰਿਆ ਸੀ ਕਿ ਕਿਤੇ ਹੁਣ ਨਾ ਕੁਛ ਆ ਜਾਵੇ, ਹੁਣ ਨਾ ਆ ਜਾਵੇ। ਔਰ ਕਈ ਵਾਰ ਤਾਂ ਮੇਰੇ ਮਨ 'ਚ ਆਇਆ ਕਿ ਟੋਕਰੀ ਸੁੱਟਾਂ ਔਰ ਦੌੜ ਕੇ ਵਾਪਸ ਘਰ ਚਲ ਜਾਵਾਂ, ਆਪਣੇ ਪਿਤਾ ਜੀ ਕੋਲ ਚਲ ਜਾਵਾਂ। ਪਰ ਫਿਰ ਸੋਚਿਆ, ਪਿਤਾ ਨੇ ਕਿਹਾ ਲੈ ਕੇ ਆਣੇ ਆ ਫੁੱਲ, ਖਾਲੀ ਨਹੀਂ ਆਣਾ। ਕਹਿੰਦੇ ਮੈਂ ਜਦੋਂ ਜਾ ਰਿਹਾ ਡਰ ਡਰ ਕੇ ਜਾ ਰਿਹਾ ਹਾਂ। ਕਈ ਵਾਰ ਮਨ 'ਚ ਆਇਆ ਸਭ ਕੁਝ ਛੱਡ ਕੇ ਚਲਾ ਜਾਵਾਂ, ਪਰ ਅਚਾਨਕ ਫਿਰ ਕੀ ਹੋਇਆ, ਅਚਾਨਕ ਕੀ ਹੋਇਆ, ਮੈਨੂੰ ਬੜੀ ਹਿੰਮਤ ਮਿਲੀ, ਬੜਾ ਹੌਸਲਾ ਮਿਲਿਆ, ਮੇਰਾ ਸਾਰਾ ਡਰ ਦੂਰ ਹੋ ਗਿਆ। ਹੁਣ ਉਹ ਹਿੰਮਤ ਕਦੋਂ ਮਿਲੀ, ਹੌਸਲਾ ਕਦੋਂ ਮਿਲਿਆ, ਉਹ ਸਾਰਾ ਡਰ ਕਦੋਂ ਦੂਰ ਹੋਇਆ? ਵਿਵੇਕਾਨੰਦ ਕਹਿੰਦੇ ਚਲਦੇ ਚਲਦੇ ਨਾ ਮੈਂ, ਚਲਦੇ ਚਲਦੇ ਮੈਂ ਅਚਾਨਕ ਮੇਰੀ ਨਜ਼ਰ ਪਿੱਛੇ ਗਈ। ਜਦੋਂ ਪਿੱਛੇ ਗਈ ਤਾਂ ਕੀ ਦੇਖਿਆ, ਮੇਰੇ ਪਿਤਾ ਨਾ ਦੌੜ ਕੇ ਪੇੜ ਥੱਲੇ ਪਿੱਛੇ ਲੁਕ ਗਏ। ਮੇਰੇ ਪਿਤਾ ਮੈਨੂੰ ਦੇਖ ਕੇ ਪੇੜ ਪਿੱਛੇ ਲੁਕ ਗਏ। ਤਾਂ ਉੱਥੋਂ ਮੈਨੂੰ ਪਤਾ ਲੱਗ ਗਿਆ ਕਿ ਮੈਂ ਇਕੱਲਾ ਨਹੀਂ ਆ, ਭੇਜਿਆ ਬੇਸ਼ੱਕ ਮੈਨੂੰ ਇਕੱਲੇ ਨੂੰ ਆ, ਪਰ ਮੇਰਾ ਬਾਪ ਲੁਕ ਲੁਕ ਕੇ ਮੇਰੇ ਨਾਲ ਆ ਰਿਹਾ ਹੈ। ਜਰਾ ਹੁਣ ਗੌਰ ਕਰਨਾ, ਕਿਉਂਕਿ ਕਈ ਵਾਰ ਆਪਾਂ ਬੱਚੇ ਨੂੰ ਕਹਿ ਦਿੰਦੇ ਜਾ ਬੇਟਾ ਉਹ ਦੁਕਾਨ ਤੋਂ ਚੀਜ਼ ਲੈ ਕੇ ਆ। ਜਦੋਂ ਬੱਚਾ ਛੋਟਾ ਹੋਵੇ ਹੁਣ ਅਸੀਂ ਭੇਜ ਦਿੰਦੇ, ਪਰ ਖੜ ਕੇ ਨਜ਼ਰ ਵੀ ਉੱਤੇ ਰੱਖਦੇ ਕਿ ਇੱਧਰ ਉੱਧਰ ਨਾ ਚਲਾ ਜਾਵੇ, ਸਹੀ ਸਲਾਮਤ ਜਾਣਾ ਵੀ ਹੈ ਤਾਂ ਆਉਣਾ ਵੀ ਹੈ। ਕਿਉਂਕਿ ਬੱਚੇ ਨੂੰ ਹਿੰਮਤ ਵੀ ਦੇਣੀ ਹੈ ਤਾਂ ਉਹਦੀ ਸੇਫਟੀ ਦਾ ਖਿਆਲ ਵੀ, ਉਹਦੀ ਸੁਰੱਖਿਆ ਦਾ ਖਿਆਲ ਵੀ ਰੱਖਣਾ ਹੈ। ਇਹ ਨਹੀਂ ਕਿ ਇਕੱਲੇ ਨੂੰ ਭੇਜ ਦਿਓ ਤਾਂ ਉਹਨੂੰ ਜੋ ਹੁੰਦਾ ਹੋ ਹੀ ਜਾਵੇ, ਨਹੀਂ, ਨਾਲ ਆਪ ਚਲੋ, ਪਰ ਇਦਾਂ ਚਲੋ ਕਿ ਬੱਚੇ ਨੂੰ ਪਤਾ ਨਾ ਲੱਗੇ, ਬੱਚੇ ਨੂੰ ਲੱਗੇ ਮੈਂ ਇਕੱਲਾ ਹੀ ਜਾ ਰਿਹਾ ਹਾਂ। ਪਰ ਤੁਸੀਂ ਉਹਦੀ ਨਿਗਰਾਨੀ ਕਰੋ, ਰਖਵਾਲੀ ਕਰੋ ਕਿ ਦੇਖੋ ਕਿ ਜਦ ਤੱਕ ਉੱਤੇ ਕੋਈ ਸੰਕਟ ਨਹੀਂ ਆਉਂਦਾ ਉਹਨੂੰ ਜਾਣ ਦਿਓ, ਜਦੋਂ ਲੱਗੇ ਕੋਈ ਸੰਕਟ ਆਉਣ ਵਾਲਾ ਦੌੜ ਕੇ ਉਹਦੇ ਕੋਲ ਖੜ ਜਾਓ, ਕਿਉਂਕਿ ਇਦਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਇਕੱਲਾ ਨਹੀਂ ਹਾਂ। ਜਦੋਂ ਮੇਰੇ ਤੇ ਕੋਈ ਮੁਸੀਬਤ ਆਣੀ ਹੈ ਤਾਂ ਮੇਰਾ ਬਾਪ ਹੈ, ਕੋਈ ਸ਼ਕਤੀ ਹੈ ਜਿਹੜੀ ਉਸ ਲਈ ਮੇਰੇ ਨਾਲ ਖੜੀ ਹੋਏਗੀ ਔਰ ਮੇਰੀ ਰੱਖਿਆ ਕਰੇਗੀ। ਹੁਣ ਵਿਵੇਕਾਨੰਦ ਦੱਸਦੇ ਆ ਕਿ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਵੀ ਡਰੀ ਜਾਂਦਾ, ਮੇਰਾ ਪਿਤਾ ਤਾਂ ਨਾਲ ਹੈ। ਕਹਿੰਦੇ ਅਚਾਨਕ ਮੇਰੀ ਨਜ਼ਰ ਪੈ ਗਈ। ਬਾਪ ਨੇ ਤੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਨਜ਼ਰ ਨਾ ਆਵੇ, ਪਰ ਕਈ ਵਾਰ ਅਚਾਨਕ ਨਜ਼ਰ ਪੈ ਜਾਂਦੀ ਹੈ। ਕਹਿੰਦੇ ਬਸ ਫਿਰ ਕੀ ਸੀ, ਮੇਰਾ ਸਾਰਾ ਡਰ, ਜਿੱਥੇ ਪਹਿਲਾਂ ਮੈਂ ਟੋਕਰੀ ਸੁੱਟ ਕੇ ਘਰ ਜਾਣ ਬਾਰੇ ਸੋਚਦਾ ਸੀ, ਹੁਣ ਮੈਂ ਟੋਕਰੀ ਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ ਤੇ ਬੱਚੇ ਐ ਘੁਮਾਉਂਦੇ ਚਲੇ ਜਾਂਦੇ। ਕਹਿੰਦੇ ਬੜੀ ਖੁਸ਼ੀ ਨਾਲ ਦੌੜ ਕੇ ਗਿਆ ਫੁੱਲਾਂ ਕੋਲ, ਫੁੱਲ ਤੋੜੇ ਔਰ ਫੁੱਲ ਤੋੜ ਕੇ ਟੋਕਰੀ 'ਚ ਪਾਏ ਔਰ ਖੁਸ਼ੀ ਨਾਲ ਆ ਗਿਆ, ਮੇਰਾ ਸਾਰਾ ਡਰ ਦੂਰ ਹੋ ਗਿਆ। ਔਰ ਜਦੋਂ ਮੈਂ ਘਰ ਆਇਆ ਤਾਂ ਦੇਖਿਆ ਬਾਪ ਪਹਿਲੇ ਹੀ ਘਰ ਦੇ ਦਰਵਾਜ਼ੇ ਮੂਹਰੇ ਖੜਾ ਸੀ। ਤਾਂ ਬਾਪ ਨੇ ਆਂਦਿਆਂ ਹੀ ਟੋਕਰੀ ਮੇਰੀ ਦੇਖੀ ਫੁੱਲਾਂ ਨਾਲ ਭਰੀ ਹੋਈ, ਟੋਕਰੀ ਰੱਖੀ ਔਰ ਮੈਨੂੰ ਗਲ ਨਾਲ ਲਾ ਲਿਆ। ਕਹਿੰਦੇ ਵਾਹ ਨਰਿੰਦਰ, ਵਾਹ ਬੇਟਾ, ਤੂੰ ਤਾਂ ਬੜਾ ਬਹਾਦਰ ਹੈ, ਤੂੰ ਤਾਂ ਬੜਾ ਸਾਹਸੀ ਹੈ, ਉਹ ਕੱਲਾ ਜਾ ਕੇ ਜੰਗਲ 'ਚੋਂ ਫੁੱਲ ਤੋੜ ਲਿਆਇਆ, ਤੈਨੂੰ ਡਰ ਨਹੀਂ ਲੱਗਾ? ਤਾਂ ਕਹਿੰਦੇ ਫਿਰ ਮੈਂ ਵੀ ਬਚਪਨ ਸੀ ਕਹਿ ਦਿੱਤਾ, ਨਹੀਂ ਪਿਤਾ ਜੀ ਡਰ ਕਾਹਦਾ, ਮੈਂ ਨਹੀਂ ਡਰਿਆ। ਮੈਂ ਘੁੱਟ ਕੇ ਬਾਪ ਨੂੰ ਜੱਫੀ ਪਾ ਲਈ, ਪਰ ਮੈਂ ਆਪਣੇ ਮਨ 'ਚ ਸੋਚ ਰਿਹਾ ਸੀ ਕਿ ਡਰ ਤਾਂ ਮੈਂ ਰਿਹਾ ਸੀ ਪਿਤਾ ਜੀ, ਹੁਣ ਤੁਹਾਨੂੰ ਕੀ ਦੱਸਾਂ, ਇਹ ਮੈਨੂੰ ਸਾਹਸ ਕਿੱਥੋਂ ਮਿਲਿਆ, ਹਿੰਮਤ ਕਿੱਥੋਂ ਮਿਲੀ, ਹੌਸਲਾ ਕਿੱਥੋਂ ਮਿਲਿਆ? ਇਹ ਹੌਸਲਾ ਮਿਲਿਆ ਤੁਹਾਡੇ ਤੋਂ। ਜਦੋਂ ਤੁਹਾਨੂੰ ਦੇਖ ਲਿਆ ਤੁਸੀਂ ਮੇਰੇ ਨਾਲ ਹੋ ਤਾਂ ਮੇਰਾ ਸਾਰਾ ਡਰ ਹੀ ਦੂਰ ਹੋ ਗਿਆ। ਕਿੱਥੋਂ ਹਿੰਮਤ ਮਿਲੀ? ਵਿਵੇਕਾਨੰਦ ਕਹਿੰਦੇ ਮਨ ਹੀ ਮਨ ਮੈਂ ਕਿਹਾ, ਇਹ ਹਿੰਮਤ ਤਾਂ ਤੁਹਾਡੇ ਤੋਂ ਮਿਲੀ ਮੈਨੂੰ, ਨਹੀਂ ਤਾਂ ਮੈਂ ਤਾਂ ਡਰ ਹੀ ਰਿਹਾ ਸੀ, ਮੈਂ ਤਾਂ ਘਬਰਾ ਹੀ ਰਿਹਾ ਸੀ, ਮੈਂ ਤਾਂ ਮੁੜ ਕੇ ਆਣਾ ਚਾਹੁੰਦਾ ਸੀ। ਪਰ ਜਦੋਂ ਨਜ਼ਰ ਪੈ ਗਈ ਨਾ ਕਿ ਮੇਰਾ ਪਿਤਾ ਪਿੱਛੇ ਪਿੱਛੇ ਮੇਰੇ ਨਾਲ ਹੈ ਤਾਂ ਮੇਰਾ ਸਾਰਾ ਡਰ ਹੀ ਦੂਰ ਹੋ ਗਿਆ। ਹੁਣ ਵਿਵੇਕਾਨੰਦ ਜੀ ਦੇ ਜੀਵਨ ਦੀ ਇਸ ਘਟਨਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਸਾਨੂੰ ਕੀ ਗਿਆਨ ਮਿਲਦਾ ਹੈ? ਸਾਨੂੰ ਇਹ ਸਿੱਖਿਆ ਇਹ ਮਿਲਦੀ ਹੈ ਕਿ ਇਹ ਸੰਸਾਰ ਵੀ ਸਮਝ ਲਓ ਇੱਕ ਜੰਗਲ ਦੀ ਤਰ੍ਹਾਂ ਹੀ ਹੈ, ਜਿੱਥੇ ਕਿਸੇ ਪਾਸਿਓਂ ਵੀ ਕਿਸੇ ਵੇਲੇ ਵੀ ਕੋਈ ਸੰਕਟ ਆ ਸਕਦਾ ਹੈ। ਔਰ ਅਸੀਂ ਵੀ ਇਸ ਦੁਨੀਆ ਤੇ ਆਏ ਹਾਂ ਖੁਸ਼ੀਆਂ ਦੇ, ਕਾਮਯਾਬੀ ਦੇ ਫੁੱਲ ਆਪਣੇ ਜੀਵਨ ਦੀ ਟੋਕਰੀ 'ਚ ਪਾਉਣ ਵਾਸਤੇ, ਕਿਉਂਕਿ ਹਰ ਕੋਈ ਕਾਮਯਾਬੀ ਚਾਹੁੰਦਾ ਕਿ ਨਹੀਂ, ਹਰ ਕੋਈ ਖੁਸ਼ੀ ਚਾਹੁੰਦਾ ਹੈ ਕਿ ਨਹੀਂ। ਇਸ ਕਰਕੇ ਅਸੀਂ ਵੀ ਸਮਝ ਲਓ ਇਹ ਦੁਨੀਆ ਤੇ ਆਏ ਹਾਂ, ਉਹ ਪਰਮਾਤਮਾ ਸਾਨੂੰ ਭੇਜਦਾ ਕਿ ਜਾ ਮੇਰੇ ਬੇਟੇ, ਇਹ ਜ਼ਿੰਦਗੀ ਰੂਪੀ ਟੋਕਰੀ ਤੈਨੂੰ ਦਿੱਤੀ ਹੈ ਔਰ ਜਾ ਜਾ ਕੇ ਇਹਨੂੰ ਖੁਸ਼ੀਆਂ ਦੇ, ਕਾਮਯਾਬੀ ਦੇ, ਸਫਲਤਾ ਦੇ ਫੁੱਲਾਂ ਨਾਲ ਭਰ ਕੇ ਲਿਆ। ਹੁਣ ਅਸੀਂ ਜਦੋਂ ਨਿਕਲਦੇ ਹਾਂ ਜ਼ਿੰਦਗੀ ਦੇ ਸਫ਼ਰ ਤੇ ਤਾਂ ਰਸਤੇ 'ਚ ਕਈ ਮੁਸੀਬਤਾਂ, ਕਈ ਪਰੇਸ਼ਾਨੀਆਂ, ਕਈ ਔਕੜਾਂ, ਕਈ ਰੁਕਾਵਟਾਂ ਸਾਡੇ ਮਾਰਗ 'ਚ ਆਉਣਗੀਆਂ। ਬੋਲੋ ਆਉਣਗੀਆਂ ਕਿ ਨਹੀਂ? ਹੁਣ ਜ਼ਰਾ ਸਮਝ ਲੈਣਾ,
ਹੁਣ ਉੱਥੇ ਦੋ ਚੀਜ਼ਾਂ ਹੋ ਸਕਦੀਆਂ ਹੈ। ਇੱਕ ਉਹ ਇਨਸਾਨ ਹੁੰਦਾ ਹੈ ਕਿ ਜਿਹੜਾ ਕਹਿੰਦਾ ਰੱਬ ਨੇ ਭੇਜਿਆ ਤਾਂ ਹੈ ਮੈਨੂੰ ਖੁਸ਼ੀ ਦੇ ਫੁੱਲ ਲੈਣ ਵਾਸਤੇ, ਕਾਮਯਾਬੀ ਦੇ ਫੁੱਲ ਇਕੱਠੇ ਕਰਨ ਵਾਸਤੇ, ਪਰ ਰਸਤੇ ਜਿੰਨੇ ਜਾਨਵਰ ਯਾਨੀ ਪਰੇਸ਼ਾਨੀਆਂ ਰੂਪੀ, ਤਕਲੀਫਾਂ ਰੂਪੀ, ਦੁੱਖਾਂ ਰੂਪੀ ਇੰਨੇ ਜਾਨਵਰ ਇਹ ਜੰਗਲ ਦੇ ਵਿੱਚ ਮੈਂ ਇਕੱਲਾ, ਉਹ ਇਦਾਂ ਡਰ ਕੇ ਜਾਂਦਾ ਹੈ ਕਿ ਖੁਸ਼ੀਆਂ ਦੇ ਫੁੱਲਾਂ ਤੱਕ ਪਹੁੰਚ ਹੀ ਨਹੀਂ ਪਾਉਂਦਾ। ਉਹ ਹਰ ਵੇਲੇ ਚਿੰਤਾ ਕਰਦਾ ਔਰ ਦਿਲ ਕਰਦਾ ਵਾਪਸ ਚਲਾ ਜਾਵਾਂ, ਵਾਪਸ ਚਲਾ ਜਾਵਾਂ। ਤਾਂ ਹੀ ਤਾਂ ਤੁਸੀਂ ਦੇਖੋਗੇ ਕਈਆਂ ਦੇ ਮੂਹਰੇ ਪਰੇਸ਼ਾਨੀ ਆਂਦੀ ਤਾਂ ਮਰਨ ਦੀ ਗੱਲ ਕਰਦੇ ਐ। ਮਰਨ ਦਾ ਮਤਲਬ ਘਰ ਨੂੰ ਵਾਪਸ ਚਲਾ ਜਾਵਾਂ, ਭਾਈ ਮੇਰੇ ਤੋਂ ਇਹ ਪਰੇਸ਼ਾਨੀਆਂ ਸਾਹਮਣਾ, ਇਹਨਾਂ ਪਰੇਸ਼ਾਨੀਆਂ ਸਾਹਮਣਾ ਨਹੀਂ ਹੁੰਦਾ, ਮੈਂ ਮਰ ਜਾਵਾਂ। ਮਰ ਜਾਣ ਦਾ ਮਤਲਬ ਖਤਮ ਕਰ ਦੇਵਾਂ, ਘਰ ਨੂੰ ਚੱਲ ਜਾਵਾਂ ਵਾਪਸ, ਰਸਤੇ 'ਚੋਂ ਮੁੜਨ ਨੂੰ ਕਰਦੇ ਆ ਉਹ। ਪਰ ਹੁਣ ਵਿਵੇਕਾਨੰਦ ਦੀ ਜ਼ਿੰਦਗੀ ਤੋਂ ਇਹ ਇਸ਼ਾਰਾ ਮਿਲਦਾ ਇੱਕ ਦੂਜੇ ਪ੍ਰਕਾਰ ਦੇ ਜੀਵ ਹੁੰਦੇ ਆ। ਉਹ ਕਿਹੜੇ ਹੁੰਦੇ ਐ ਕਿ ਉਹ ਵੀ ਆਉਂਦੇ ਆ ਦੁਨੀਆ ਤੇ ਖੁਸ਼ੀਆਂ ਦੇ ਫਲ, ਕਾਮਯਾਬੀ ਦੇ ਫੁੱਲ ਇਕੱਠੇ ਕਰਨ, ਪਰ ਉਹਨਾਂ ਮੂਹਰੇ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਨਾ, ਮੁਸ਼ਕਿਲ ਆਉਂਦੀ ਹੈ, ਉਹ ਡਰਦੇ ਨਹੀਂ ਹੈ, ਉਹ ਚਿੰਤਾ ਨਹੀਂ ਕਰਦੇ। ਉਹ ਇੱਕ ਵਿਸ਼ਵਾਸ ਰੱਖਦੇ ਕਿ ਜਿਸ ਪਿਤਾ ਨੇ ਮੈਨੂੰ ਭੇਜਿਆ ਉਹ ਪਿਤਾ ਪਿੱਛੇ ਮੇਰੇ ਨਾਲ ਹੀ ਹੈ। ਜੇ ਮੇਰੇ ਸਾਹਮਣੇ ਕੋਈ ਸੰਕਟ ਆਇਆ, ਮੁਸੀਬਤ ਆਈ, ਉਹ ਬੈਠਾ ਹੈ ਮੇਰੀ ਹਰ ਮੁਸੀਬਤ ਨੂੰ ਦੂਰ ਕਰਨ ਵਾਸਤੇ, ਉਹ ਬੈਠਾ ਹੈ ਹਰ ਮੁਸ਼ਕਿਲ ਚੋਂ ਮੈਨੂੰ ਬਚਾਉਣ ਵਾਸਤੇ। ਇਸ ਲਈ ਪਿੱਛੇ ਮੁੜਨ ਦਾ ਸਵਾਲ ਹੀ ਨਹੀਂ ਹੈ, ਪਿੱਛੇ ਤਾਂ ਮੈਂ ਮੁੜਨਾ ਹੀ ਨਹੀਂ ਹੈ, ਮੈਂ ਅੱਗੇ ਵਧਣਾ ਹੈ। ਔਰ ਇਹ ਜੀਵਨ ਦੀ ਟੋਕਰੀ ਨੂੰ ਖੁਸ਼ੀਆਂ ਦੇ, ਕਾਮਯਾਬੀ ਦੇ ਫੁੱਲਾਂ ਨਾਲ ਭਰ ਕੇ ਲਿਜਾਣਾ ਆ, ਤਾਂ ਕਿ ਮੈਂ ਬਾਪ ਨੂੰ ਕਹਿ ਸਕਾਂ ਕਿ ਮੇਰਾ ਆਣਾ, ਇਹ ਜਨਮ ਤੁਮਾਰੇ ਲੇਖੇ ਲੱਗ ਗਿਆ ਮੇਰਾ ਜੀਵਨ, ਕਿਉਂਕਿ ਉਸਨੇ ਜੀਵਨ ਦੀ ਟੋਕਰੀ ਦਿੱਤੀ। ਇਹਨੂੰ ਖਾਲੀ ਲੈ ਜਾਵਾਂਗੇ ਤੇ ਇਹਦਾ ਮਤਲਬ ਸਾਡੀ ਯਾਤਰਾ ਹੀ ਅਸਫਲ ਹੋ ਗਈ। ਤਾਂ ਇਹਨੂੰ ਭਰ ਕੇ ਲੈ ਜਾਵਾਂਗੇ ਖੁਸ਼ੀਆਂ ਦੇ ਨਾਲ, ਆਨੰਦ ਦੇ ਨਾਲ, ਤਾਂ ਫਿਰ ਲੱਗੇਗਾ ਦੁਨੀਆ ਤੇ ਆਣਾ। ਜਿੱਦਾਂ ਵਿਵੇਕਾਨੰਦ ਜੰਗਲ 'ਚ ਗਏ ਸੀ, ਡਰਦੇ ਤਾਂ ਸੀ, ਪਰ ਜਿੱਦਾਂ ਹੀ ਪਿਤਾ ਨੂੰ ਦੇਖਿਆ ਹੌਸਲਾ ਆਇਆ, ਦੌੜ ਕੇ ਗਏ, ਫੁੱਲਾਂ ਨਾਲ ਟੋਕਰੀ ਭਰ ਕੇ ਵਾਪਸ ਲਿਆਂਦੀ ਤਾਂ ਪਿਤਾ ਨੇ ਗਲ ਨਾਲ ਲਾ ਲਿਆ ਕਿ ਮੇਰਾ ਬਹਾਦਰ ਬੱਚਾ। ਹੁਣ ਅਸੀਂ ਤੁਹਾਨੂੰ ਵੀ ਕਹਾਂਗੇ ਕਿ ਤੁਸੀਂ ਵੀ ਜੇ ਜੀਵਨ 'ਚ ਆਏ ਹੋ, ਡਰੋ ਨਾ, ਚਿੰਤਾ ਨਾ ਕਰੋ, ਟੈਨਸ਼ਨ ਨਾ ਲਓ, ਬਲਕਿ ਕਦਮ ਵਧਾਉਂਦੇ ਚਲੇ ਜਾਓ, ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਅੱਗੇ ਵਧਦੇ ਚਲੇ ਜਾਓ। ਇਹ ਯਕੀਨ ਰੱਖੋ ਕਿ ਹਰ ਕਦਮ ਤੇ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ। ਮੈਂ ਡਰਨਾ ਨਹੀਂ ਹੈ, ਮੈਂ ਚਿੰਤਾ ਨਹੀਂ ਕਰਨੀ। ਜਿੱਥੇ ਕੋਈ ਮੁਸੀਬਤ ਆਈ, ਪਰੇਸ਼ਾਨੀ ਆਈ, ਉਹ ਤਾਕਤ ਹੈ ਮੈਨੂੰ ਸੰਭਾਲਣ ਵਾਲੀ, ਬਸ ਮੈਂ ਉਹਦੇ ਭਰੋਸੇ ਅੱਗੇ ਵਧਣਾ ਹੈ। ਔਰ ਇਹ ਜੀਵਨ ਦੇ ਵਿੱਚ ਜੋ ਕਾਮਯਾਬੀ, ਖੁਸ਼ੀਆਂ ਦੇ ਫੁੱਲ ਹੈ, ਉਹਨਾਂ ਨੂੰ ਭਰਪੂਰ ਕਰਨਾ ਹੈ, ਯਾਨੀ ਆਪਣੇ ਜੀਵਨ ਦੀ ਟੋਕਰੀ ਨੂੰ ਭਰਨਾ ਹੈ ਔਰ ਕਾਮਯਾਬ ਹੋ ਕੇ ਘਰ ਜਾਣਾ, ਤਾਂ ਕਿ ਮੇਰਾ ਪਿਤਾ ਮੈਨੂੰ ਗੱਲ ਨਾ ਲਾਵੇ ਕਿ ਸ਼ਾਬਾਸ਼ ਬੱਚੇ, ਜਿਸ ਮਕਸਦ ਵਾਸਤੇ ਤੈਨੂੰ ਦੁਨੀਆ ਤੇ ਭੇਜਿਆ ਸੀ ਉਹ ਤੂੰ ਪੂਰਾ ਕਰਕੇ ਆਇਆ। ਇੱਦਾਂ ਦੀ ਜ਼ਿੰਦਗੀ ਚਾਹੀਦੀ। ਜਰਾ ਸੋਚੋ ਜੀਵਨ ਕੈਸਾ ਚਾਹੀਦਾ ਹੈ? ਇਦਾਂ ਦਾ ਚਾਹੀਦਾ ਕਿ ਨਹੀਂ? ਫਿਰ ਖੁਸ਼ੀਆਂ ਦੇ ਫੁੱਲ ਲੈ ਕੇ ਜਾਣੇ ਕਿ ਨਹੀਂ? ਫਿਰ ਅੱਜ ਤੋਂ ਸਾਰੇ ਡਰ, ਸਾਰੀਆਂ ਚਿੰਤਾਵਾਂ ਛੱਡ ਦਿਓ, ਕਿਉਂਕਿ ਫਿਰ ਕਵਾਂਗੇ ਕਿ ਵਿਵੇਕਾਨੰਦ ਦੀ ਨਜ਼ਰ ਪਿੱਛੇ ਪੈ ਗਈ, ਪਿਤਾ ਹੈ, ਡਰ ਦੂਰ ਹੋ ਗਿਆ। ਹੁਣ ਤੁਸੀਂ ਪਿੱਛੇ ਨਜ਼ਰ ਨਹੀਂ ਪਾਣੀ, ਤੁਸੀਂ ਆਪਣੇ ਅੰਦਰ ਨਜ਼ਰ ਪਾਣੀ ਹੈ। ਕਿੱਥੇ ਨਜ਼ਰ ਪਾਣੀ ਹੈ? ਆਪਣੇ ਅੰਦਰ, ਕਿਉਂਕਿ ਮੇਰਾ ਮਾਲਿਕ ਮੇਰੇ ਰੋਮ ਰੋਮ 'ਚ ਵਸਦਾ ਹੈ, ਉਹ ਮੇਰੇ ਹਿਰਦੇ 'ਚ ਵਸਦਾ ਹੈ, ਉਹ ਹਰ ਪਲ ਮੇਰੇ ਨਾਲ ਹੈ। ਔਰ ਜੇ ਉਹ ਮੇਰੇ ਨਾਲ ਹੈ ਤਾਂ ਫਿਰ ਮੈਨੂੰ ਡਰਨ ਦੀ, ਚਿੰਤਾ ਕਰਨ ਦੀ ਜ਼ਰੂਰਤ ਕੀ ਹੈ? ਜ਼ਰੂਰਤ ਹੈ ਵਿਸ਼ਵਾਸ ਕਰਨ ਦੀ, ਜ਼ਰੂਰਤ ਹੈ ਵਿਸ਼ਵਾਸ ਕਰਨ ਦੀ। ਜਿੱਦਾਂ ਕਨਫਿਊਸ਼ੀਅਸ ਨੇ एक लाइन अंदर बड़ा प्यारा किया है। वीडियो अच्छी लगी हो तो कृपया से शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।